ਅੱਜ ਆਪਾਂ ਸਾਰੇ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਲਾਹੀ ਦਰਗਾਹੀ ਹਜ਼ੂਰੀ ਦਾ ਆਨੰਦ ਪ੍ਰਾਪਤ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਇਕੱਤਰਤ ਹੋਏ ਹਾਂ। ਅੱਜ ਸਾਧ ਸੰਗਤ ਜੀ ਅਸੀਂ ਉਹ ਦਿਨ ਮਨਾ ਰਹੇ ਹਾਂ ਜਿਸ ਦਿਨ ਅਸੀਂ ਸਭ ਨੇ ਜਾਣਾ ਹੈ ਇਸ ਸੰਸਾਰ ਤੇ ਰਹਿਣਾ ਕਿਸੇ ਨੇ ਵੀ ਨਹੀਂ ਹੁੰਦਾ। ਸਭਨਾ ਮਰਣਾ ਆਇਆ ਵੀ ਛੋੜਾ, ਸਭਨਾ ਪੁੱਛੋ ਜਾਏ ਸਿਆਣਿਆਂ ਆਗੇ ਮਿਲਣ ਕੇ ਨਾ। ਸੋ ਸਾਧ ਸੰਗਤ ਜੀ ਐਸਾ ਉਹ ਸਮਾਂ ਸਾਡੇ ਪਿਤਾ ਜੀ ਸਰਦਾਰ ਸ਼ਮਸ਼ੇਰ ਸਿੰਘ ਜੀ ਫੌਜੀ ਜੋ 7ਵੇਂ ਮਹੀਨੇ ਦੀ 7 ਤਰੀਕ 2014 ਨੂੰ ਅਕਾਲ ਪੁਰਖ ਦੇ ਦੇਸ਼ ਨੂੰ ਚਾਲੇ ਪਾ ਗਏ ਸਨ। ਔਰ ਅੱਜ ਦੇ ਦਿਨ ਅਸੀਂ ਭੋਗ ਪਾਇਆ ਸੀ ਉਹਨਾਂ ਦਾ। ਸਾਧ ਸੰਗਤ ਚਾਹੇ ਉਸ ਦਿਨ ਵੀ ਅਸੀਂ ਅਰਦਾਸ ਬੇਨਤੀ ਪਾਠ, ਪਰ ਜੋ ਕਿ ਸਭ ਸੰਗਤ ਐਤਵਾਰ ਨੂੰ ਆਉਂਦੀਆਂ ਹਨ, ਇਸ ਕਰਕੇ ਅੱਜ ਦਾ ਦਿਨ ਨਿਯਤ ਕੀਤਾ ਗਿਆ। ਪਿਤਾ ਸੰਸਾਰ ਦਾ ਇੱਕ ਇਹੋ ਜਿਹਾ ਇਨਸਾਨ ਹੈ ਜੋ ਆਪਣੇ ਬੱਚਿਆਂ ਦੇ ਵਾਸਤੇ ਸਾਰੀ ਜ਼ਿੰਦਗੀ ਮਰ ਕੇ ਕਮਾਈ ਕਰਦਾ ਹੈ। ਪਿਤਾ ਇੱਕ ਇਹੋ ਜਿਹਾ ਇਨਸਾਨ ਹੈ ਆਪਣੇ ਸਰੀਰ ਦੇ ਉੱਤੇ ਸੁੰਦਰ ਵਸਤਰ ਧਾਰਨ ਕਰੇ ਨਾ ਕਰੇ, ਉਹ ਸੋਚਦਾ ਹੈ ਕਿ ਮੇਰਾ ਬੇਟਾ ਜਾਂ ਬੇਟੀ ਸਭ ਤੋਂ ਖੂਬਸੂਰਤ ਦਿਖਣੇ ਚਾਹੀਦੇ ਹਨ। ਪਿਤਾ ਸਾਰਾ ਦਿਨ ਕਮਾਈ ਕਰਦਾ ਰਹੇਗਾ, ਸਾਰਾ ਦਿਨ ਮਿਹਨਤ ਕਰਦਾ ਰਹੇਗਾ, ਆਪਣੇ ਆਪ ਨੂੰ ਰੋਟੀ ਪ੍ਰਸ਼ਾਦਾ ਨਸੀਬ ਹੋਵੇ ਨਾ ਹੋਵੇ, ਪਰ ਆਪਣੇ ਬੱਚਿਆਂ ਵਾਸਤੇ ਉਹ ਭਾਂਤ ਦੇ ਭੋਜਨ ਛਕਾਉਣੇ ਲੋਚਦਾ ਹੈ। ਪਿਤਾ ਇੱਕ ਇਹੋ ਜਿਹਾ ਇਨਸਾਨ ਹੈ ਸੰਸਾਰ ਦੇ ਉੱਤੇ ਸਾਧ ਸੰਗਤ, ਚਾਹੇ ਮਾਲਕਾਂ ਦੇ ਅੱਗੇ ਹੱਥ ਜੋੜੇ, ਨੌਕਰੀਆਂ ਕਰੇ, ਆਪਣੇ ਮਾਲਕਾਂ ਦੀਆਂ ਝਿੜਕਾਂ ਖਾਵੇ, ਪਰ ਉਹ ਕਦੇ ਵੀ ਨਹੀਂ ਕਹੇਗਾ ਕਿ ਮੇਰੇ ਬੱਚੇ ਨੂੰ ਕੋਈ ਮਾੜਾ ਬੋਲ ਜਾਏ, ਮੇਰੇ ਬੱਚੇ ਨੂੰ ਕੋਈ ਝਿੜਕ ਜਾਏ, ਮੇਰੇ ਬੱਚੇ ਦੀ ਨਰਾਦਰੀ ਹੋ ਜਾਏ, ਕਦੇ ਵੀ ਨਹੀਂ ਸੋਚਦਾ। ਪਰ ਦੁਨੀਆ ਦਾ ਦਸਤੂਰ ਕੁਛ ਇਸ ਤਰ੍ਹਾਂ ਦਾ ਹੈ ਕਿ ਬੱਚੇ ਆਪਣੇ ਮਾਤਾ ਦੇ ਨਾਲ ਬਹੁਤਾ ਜ਼ਿਆਦਾ ਪ੍ਰੇਮ ਕਰਦੇ ਹੈ, ਪਿਤਾ ਦੇ ਨਾਲ ਨਹੀਂ। ਕਰਨ ਵਾਲੇ ਕਰਦੇ ਵੀ ਹੋਣਗੇ, ਪਰ ਕਿਉਂਕਿ ਪਿਤਾ ਡਾਂਟਦਾ ਹੈ, ਆਪਣੇ ਬੱਚੇ ਨੂੰ ਘੂਰਦਾ ਹੈ, ਕਈ ਵਾਰ ਗਾਲੀ ਵੀ ਦਿੰਦਾ ਹੈ, ਕਈ ਵਾਰੀ ਚਾਟਾ ਵੀ ਲਗਾਉਂਦਾ ਹੈ। ਕਿਉਂ ਕਿ ਜਿਹੜੀਆਂ ਗਲਤੀਆਂ ਮੈਂ ਆਪ ਦੀ ਜ਼ਿੰਦਗੀ ਵਿੱਚ ਕੀਤੀਆਂ, ਮੇਰਾ ਬੇਟਾ ਉਹੋ ਜਿਹੀਆਂ ਗਲਤੀਆਂ ਜ਼ਿੰਦਗੀ ਵਿੱਚ ਨਾ ਕਰੇ। ਆਪ ਦੇ ਬੇਟੇ ਨੂੰ ਦੁਨੀਆ ਦਾ ਸਭ ਤੋਂ ਅਮੀਰ ਦੇਖਣਾ ਚਾਹੁੰਦਾ ਹੈ, ਦੁਨੀਆ ਦੇ ਸਾਰੇ ਸੁੱਖ ਆਪਣੇ ਬੱਚਿਆਂ ਦੀ ਝੋਲੀ ਵਿੱਚ ਪਾਉਣੇ ਚਾਹੁੰਦਾ ਹੈ, ਪਰ ਜੋ ਕਿ ਪਿਤਾ ਘੂਰਦਾ ਹੈ, ਡਾਂਟਦਾ ਹੈ, ਬੱਚੇ ਪਿਤਾ ਤੋਂ ਡਰਦੇ ਹਨ। ਮਾਤਾ ਆਪਣੇ ਬੱਚੇ ਨੂੰ ਇੱਕਦਮ ਬੁੱਕਲ ਵਿੱਚ ਲੈ ਲੈਂਦੀ ਹੈ, ਉਹਦੀਆਂ ਗਲਤੀਆਂ ਸਾਰੀਆਂ ਮੁਆਫ ਕਰ ਦਿੰਦੀ ਹੈ, ਉਹਦੀਆਂ ਗਲਤੀਆਂ ਨਹੀਂ ਚਿਤਾਰਦੀ। ਗੁਰਬਾਣੀ ਵਿੱਚ ਪੰਕਤੀ ਹੈ, ਸੁਤ ਅਪਰਾਧ, ਸੁਤ ਮੈਨੇ ਪੁੱਤਰ, ਸੁਤ ਅਪਰਾਧ ਕਰਤ ਹੈ ਜੇਤੇ ਜਨਨੀ, ਜਨਨੀ ਮੈਨੇ ਮਾਂ, ਜਨਨੀ ਚੀਤ ਨ ਰਾਖਸ ਤੇਤੇ, ਰਾਮਈਆ ਖੋਂ ਬਾਰਿਕ ਤੇਰਾ ਕਾਕੇ ਨ ਖੰਡਸ ਅਵਗੁਣ ਮੇਰਾ। ਮਾਤਾ ਜੋ ਕਿ ਗਲਤੀਆਂ ਭੁੱਲਾਂ ਚਿਤਾਰਦੀ ਨਹੀਂ, ਬੁੱਕਲ ਵਿੱਚ ਲੈ ਲੈਂਦੀ, ਸਿਰ ਤੇ ਹੱਥ ਫੇਰ ਕੇ ਕਹਿੰਦੀ, ਬੇਟਾ ਮੁੜ ਕੇ ਇਸ ਤਰ੍ਹਾਂ ਦੀਆਂ ਗਲਤੀਆਂ ਨਾ ਕਰੀ। ਪਿਤਾ ਜੋ ਕਿ ਡਾਂਟਦਾ ਰਹਿੰਦਾ ਹੈ, ਘੂਰਦਾ ਰਹਿੰਦਾ ਹੈ, ਔਰ ਬੱਚੇ ਇਸ ਕਰਕੇ ਥੋੜਾ ਜਿਹਾ ਪ੍ਰੇਮ ਪਿਤਾ ਨਾਲ ਘੱਟ ਕਰਦੇ ਹੈ।
पर जे पुछण वाला होवे माता तैनूं खर्चा बड़ा दिंदी है, कित्थों आउंदा है खर्चा? ये माता जो तेरा खर्चा करदी है, तैनूं मुट्ठी दे विच 100 दा नोट, 500 दा नोट, 2000 दा पकड़ा दिंदी, आउंदा कित्थों है? लैके तां पिता ही आउंदा है ना। ये पैसा धन पदार्थ लैके तां पिता ही आउंदा है, पर फिर भी दिंदी जो माता है, माता नाल प्रेम है। मेरा खर्चा माता करदी है, पिता नहीं करदा है। पिता एक दरख्त दी न्याई है। दरख्त दे कोई इट्टां भी मार देवे, वो फिर भी फल छकण वास्ते दिंदा है। पुत्र पिता दे नाल चाहे गिला शिकवा भी करदा, पिता फिर भी पुत्र नूं खर्चा पानी दिंदा है, ओहदी परवरिश करदा है, ਉਹਦੇ ਵਾਸਤੇ ਥਾਂ ਥਾਂ ਤੇ ਹੱਥ ਪੈਰ ਜੋੜਦਾ ਹੈ, ਅਰਦਾਸਾਂ ਕਰਦਾ ਹੈ। ਸੋ ਸਾਧ ਸੰਗਤ, ਅੱਜ ਅਸੀਂ ਉਸ ਪਿਤਾ ਦੀ ਯਾਦ ਵਿੱਚ ਜੁੜੇ ਬੈਠੇ ਹਾਂ। ਰਾਤਰੀ ਦੇ ਦੀਵਾਨ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਜੇਕਰ ਪਿਤਾ ਮਿਹਨਤ ਨਾ ਕਰੇ ਤਾਂ ਮਾਤਾ ਬੱਚਿਆਂ ਨੂੰ ਚੰਗੀ ਸਿੱਖਿਆ ਨਹੀਂ ਦੇ ਸਕਦੇ। ਪਿਤਾ ਦੀ ਮਿਹਨਤ ਦੇ ਨਾਲ ਹੀ ਬੱਚੇ ਦੀ ਮਿਹਨਤ ਨੂੰ ਭਾਗ ਲੱਗਿਆ ਕਰਦਾ ਹੈ। पिता जी डांटदा भी है तो बजुर्गों ने कहावत बनाई है, मां प्यो दियां गालां घिओ दियां नालां, ये सानू गलत रस्ते ते जाण तो रोकदियां हन। ये गालां, ये झिड़कां, चलो हुण तां 6 साल हो गए, जदों असीं आए सां संगत ने फोन करना उत्थों मलेशिया तो पुछना, सारा हाल चाल गलबात करके तुहानू पिता जी दी केड़ी गल बहुत ही ज़्यादा याद आउंदी है? उदास, जो कि मन भी उदास था, बाकी तो सब कुछ भुल गया, उन्हां दीयां गालां याद आउंदियां। वो जो सिक्ख्या दिंदे हुंदे सन, वो सब याद आउंदा है, उन्हां दी डांट, उन्हां दी गाल। अकबर बादशाह दी जदों माता चढ़ाई कर गई ना, अकबर बादशाह उच्ची उच्ची रोंदा है, भुब्बा मारदा है। किसी ने पूछया, बादशाह सलामत, तुसी दिल्ली दे तख्त ते सजे हुए हो, इतना वैराग क्यों? इतना रोन, इतना वैराग क्यों करदे हो पे? बादशाह कहन लग्या, मेरी माता चढ़ाई कर गई, मेरा दिल रोकिया, रुकदा नहीं है, मेरा मन उदास हो गया। महाराज, एक मां चली गई, इन्नी दुनिया बैठी है संसार ते, कोई तुहानू बादशाह सलामत कह के पुकारदा है, कोई तुहानू सत्कार दे नाल दिल्ली दे तख्त दा मालक कहंदा है, कितने अति सत्कार दे नाम तुहाडे ले जांदे है, तुसी रोंदे क्यों आ? जे एक मां चली गई, कहंदे मां चली गई, हुण मैनू किसी ने अक्कू अक्कू कह के नहीं बुलाना, मेरी वो मां मर गई। जेड़े माता पिता नाल प्यार हुंदा है, ओदियां झिड़कां भी याद आउंदियां, चाहे बड़ा कुछ मिल जांदा कि उन्हां दे जाण तो बाद विच, पर जेड़ा विछड़ियां दे नाल प्यार हुंदा है, वो जगह कोई लै नहीं सकदा इस संसार ते। मनदे हां कि उस तो वध प्रेम करन वाले मिल जांदे हन, पर साध संगत जी, असी तो एक बेनती करनी चाहुंदे आ, जी दे तुर गए ने सज्जण रंगीले, छम छम रोने अखियां, तुर गए ने सज्जण रंगीले, उब्बा मार रोने अखियां।
ने सजन रंगीले, जी दे तुर गए ने सजन रंगीले। हौली वाहेगुरु दे तुर गए ने सजन, पैसा का मार रोण अखियां। जी दे तुर गए ने सजन रंगीले, उब्बा मार रोण अखियां। तेज ना बजा, हौली रंगीले पुब्बा मार रोने अखियां। ਉਹਨਾਂ ਨੂੰ ਤਾਂ ਅਸੀਂ ਕੇਵਲ ਇਹੀ ਕਹਿ ਸਕਦੇ ਹਾਂ ਕਿ ਹੁਣ ਕਦੋਂ ਮਿਲਾਪ ਹੋਏਗਾ। ਉਹਨਾਂ ਦੀਆਂ ਕੇਵਲ ਗੱਲਾਂ ਹੀ ਕਰ ਸਕਦੇ ਹਾਂ। ਉਹਨਾਂ ਦੇ ਵਾਸਤੇ ਕੇਵਲ ਅਰਦਾਸ ਬੇਨਤੀ ਐ ਪਰਿਪੂਰਨ ਪਰਮੇਸ਼ਰ ਉਹ ਜਿੱਥੇ ਵੀ ਕਰਨ ਆਪਣੇ ਚਰਨ ਕਮਲਾਂ ਦੇ ਵਿੱਚ ਹੀ ਰੱਖਿਓ, ਆਵਾ ਗਵਣ ਤੋਂ ਬਚਾਇਓ। ਕੇਵਲ ਉਹਨਾਂ ਦੀ ਫੋਟੋ, ਕੇਵਲ ਉਹਨਾਂ ਦਾ ਸਰੂਪ, ਉਹਨਾਂ ਦੀ ਫੋਟੋ ਦਾ ਹੀ ਦੀਦਾਰ ਕਰ ਸਕਦੇ ਹਾਂ। ਸੋ ਸਾਧ ਸੰਗਤ ਜਿਤਨਾ ਸਮਾਂ ਵੀ ਉਹਨਾਂ ਨੇ ਸਰੀਰ ਦੇ ਵਿੱਚ ਰਹਿ ਕਰਕੇ ਇਹ ਜ਼ਿੰਦਗੀ ਜਿਉਈ, ਦਾਸ ਨੂੰ ਇਹੀ ਕਹਿੰਦੇ ਰਹੇ। ਪਹਿਲਾਂ ਤਾਂ ਬੜਾ ਸਮਝਾਇਆ, ਫੌਜੀ ਸਨ, ਫੌਜੀਆਂ ਦੇ ਰੂਲ ਐਂਡ ਰੈਗੂਲੇਸ਼ਨਸ ਹਾਰਡ ਹੋਇਆ ਕਰਦੇ ਹਨ। ਮੈਨੂੰ ਬੜਾ ਸਮਝਾਇਆ ਇਸ ਲਾਈਨ ਵਿੱਚ ਨਾ ਜਾਓ, ਤੁਸੀਂ ਇੱਧਰ ਫੌਜ ਵਾਲੀ ਨੌਕਰੀ ਵਿੱਚ ਆ ਜਾਓ। ਇੱਥੇ ਕਈ ਫੌਜੀਆਂ ਦੇ ਸਕੂਲ ਵੀ ਦੱਸਿਆ ਕਰਦੇ ਕਿ ਤੁਸੀਂ ਉੱਥੇ, ਪਰ ਨਹੀਂ, ਜੋ ਸਮਾਂ ਸਾਡਾ ਮਨ ਇਸ ਪਾਸੇ ਪਰਮੇਸ਼ਰ ਦੀ ਭਗਤੀ ਨਾਮ ਵਾਲੇ ਪਾਸੇ ਹੀ ਸੀ। ਇੱਥੋਂ ਜੋ ਪਹਿਲਾਂ ਜਥੇਦਾਰ ਰਣਜੀਤ ਸਿੰਘ ਸਾਡੇ ਕੋਲੋਂ ਹੁਣੇ ਹੀ ਉੱਠ ਕੇ ਗਏ ਹਨ, ਇਹਨਾਂ ਦੀ ਡਿਊਟੀ ਉਸ ਵੇਲੇ ਨਾਨਕਸਰ ਸਾਹਿਬ ਸਮਰਾਲਾ ਚੌਂਕ ਦੇ ਵਿੱਚ ਸੰਤ ਬਾਬਾ ਜਸਵੰਤ ਸਿੰਘ ਜੀ ਮਹਾ ਉਸ ਸਥਾਨ ਤੇ ਦਾਸ ਚਲਿਆ ਗਿਆ। ਉੱਥੇ ਜਾ ਕਰਕੇ ਕਈ ਇੱਕ ਵਿਦਵਾਨ ਸੱਜਣਾਂ ਦੇ ਪਾਸੋਂ ਸੰਥਿਆ ਲਈ। ਆਪ ਜੀ ਉੱਥੇ ਡਿਊਟੀ ਕਰਿਆ ਕਰਦੇ ਔਰ ਜਾ ਕੇ ਮਿਲਿਆ ਵੀ ਕਰਦੇ ਔਰ ਬੜੇ ਪ੍ਰੇਮ ਨਾਲ ਸਮਝਾਉਣਾ ਕਿ ਇਹ ਜੋ ਚਿੱਟਾ ਚੋਲਾ ਧਾਰਨ ਕੀਤਾ ਹੋਇਆ ਹੈ, ਇਹ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਨੇ ਧਾਰਨ ਕੀਤਾ ਸੀ। ਦੇਖ ਲਾ, ਸਾਰੀ ਜ਼ਿੰਦਗੀ ਉਹਨਾਂ ਨੇ ਦਾਗ ਨਹੀਂ ਲੱਗਣ ਦਿੱਤਾ। ਐਸਾ ਸੁੰਦਰ ਚੋਲਾ ਉਹਨਾਂ ਨੇ ਪਾਇਆ, ਦੁਨੀਆ ਨਮਸਕਾਰਾਂ ਕਰਦੀ ਹੈ। ਮੈਂ ਚਾਹੁੰਦਾ ਤਾਂ ਨਹੀਂ ਕਿ ਤੁਸੀਂ ਇਸ ਲਾਈਨ ਵੱਲ ਆਓ, ਪਰ ਜੇ ਤੁਸੀਂ ਇਸ ਲਾਈਨ ਵੱਲ ਆ ਗਏ ਤਾਂ ਡਿਊਟੀਆਂ ਬੜੀਆਂ। ਕਦੇ ਕਦੇ ਮੈਨੂੰ ਕਹਿੰਦੇ ਹੁੰਦੇ, ਚੋਲਾ ਪਹਿਨ ਕੇ ਸੰਭਲ ਸੰਭਲ ਚੱਲੀਏ, ਭਾਰੀਆਂ ਨੇ ਜ਼ਿੰਮੇਵਾਰੀਆਂ। ਪਹਿਨ ਕੇ ਸੰਭਲ ਸੰਭਲ ਚੱਲੀਏ, ਭਾਰੀਆਂ ਨੇ ਜ਼ਿੰਮੇਵਾਰੀਆਂ। बोलिया करो, बोलिया। चोला पहन के संभल, बोलिया करो। मेरे प्यारे भारियां ने जिम्मेवार, प्यारे भार
ਭਾਰੀਆਂ ਨੇ ਜ਼ਿੰਮੇਵਾਰੀਆਂ। ਕੋਲਾ ਪੈਨ ਕੇ ਸੰਭਲ ਸੰਭਲ, ਭਾਰੀਆਂ ਨੇ ਜ਼ਿੰਮੇਵਾਰੀਆਂ। ਪਹਿਨ ਸੰਭਲ ਸੰਭਲ ਚੱਲੀਏ, ਭਾਰੀਆਂ ਨੇ ਜ਼ਿੰਮੇਵਾਰੀਆਂ। ਉਸ ਤੋਂ ਬਾਅਦ ਉਹਨਾਂ ਦੇ ਹੁਕਮ ਦੇ ਨਾਲ ਹੀ ਦਾਸ ਇੱਥੇ ਮਹੋਲੀ ਨਗਰ ਹੈ, ਉੱਥੇ ਸੰਤ ਬਾਬਾ ਮਲਕੀਤ ਸਿੰਘ ਜੀਆਂ ਦੇ ਅਸਥਾਨ ਤੇ 2.5-3 ਸਾਲ ਗੁਰਬਾਣੀ ਸੰਥਿਆ ਬੱਚਿਆਂ ਨੂੰ ਕਰਾਉਂਦੇ ਰਹੇ, ਜੋ ਉਹ ਬੱਚੇ ਹੁਣ ਤੱਕ ਕੀਰਤਨੀਏ ਬਣ ਚੁੱਕੇ ਹਨ। ਫਿਰ ਪਿਤਾ ਜੀ ਦੇ ਹੁਕਮ ਦੇ ਨਾਲ ਮਲੇਸ਼ੀਆ ਜਾਣ ਦਾ ਸਬਬ ਬਣਿਆ। 9 ਸਾਲ ਉੱਥੇ ਗੁਰਬਾਣੀ ਪੜ੍ਹਾਉਂਦੇ ਰਹੇ। ਇਤਨੀ ਜ਼ਿਆਦਾ ਗਰੀਬੀ ਸੀ, ਜੇ ਪਿਤਾ ਜੀ ਸਾਥ ਨਾ ਦਿੰਦੇ ਤਾਂ ਸ਼ਾਇਦ ਉੱਥੇ ਤੱਕ ਨਾ ਪਹੁੰਚਿਆ ਜਾ ਸਕਦਾ। ਉਹਨਾਂ ਨੇ ਸਾਥ ਦਿੱਤਾ, ਉੱਥੇ ਰਹੇ। ਜਦੋਂ ਉੱਥੇ ਗੁਰਮਤਿ ਦੀ ਵਿਦਿਆ ਸੰਗਤਾਂ ਨੂੰ ਦਿੰਦੇ ਸਾਂ, ਕਦੇ ਕਦੇ ਮਨ ਕਰਨਾ ਕਿ ਪਿਤਾ ਜੀ ਬੜਾ ਕੰਮ ਕਰਦੇ ਐ, ਬਜ਼ੁਰਗ ਅਵਸਥਾ ਹੈ ਉਹਨਾਂ ਦੀ, ਕਿ ਉਹਨਾਂ ਮੈਂ ਜਾ ਕੇ ਉਹਨਾਂ ਦੀ ਸੇਵਾ ਹੀ ਕਰ ਲਾਂ, ਉਹਨਾਂ ਦੇ ਕੋਲ ਹੀ ਰਵਾਂ। ਮੈਨੂੰ ਹਮੇਸ਼ਾ ਇਹ ਬਚਨ ਕਿਹਾ ਕਰਦੇ, ਜਿੰਨੀ ਦੇਰ ਤੱਕ ਮੈਂ ਜਿਉਣਾ ਤੁਸੀਂ ਉੱਥੇ ਰਹੋ ਔਰ ਸੰਗਤਾਂ ਨੂੰ ਗੁਰਮਤਿ ਪ੍ਰਚਾਰ ਦੇ ਨਾਲ ਜੋੜੋ। ਜੇ ਮੇਰਾ ਸਰੀਰ ਨਾ ਰਿਹਾ ਫਿਰ ਤਾਂ ਤੁਹਾਨੂੰ ਆਉਣਾ ਹੀ ਪੈਣਾ ਹੈ। ਜਿੰਨੀ ਦੇਰ ਮੈਂ ਹਾਂ, ਆਨੰਦ ਮੰਗਲ ਕਰੋ ਜ਼ਿੰਦਗੀ ਦਾ, ਪਰਿਪੂਰਨ ਪਰਮੇਸ਼ਰ ਨਾਲ ਜੁੜੇ ਰਹੋ। ਆਪ ਵੀ ਜੁੜ ਗਏ। ਸਾਧ ਸੰਗਤ ਸਰੀਰ ਛੱਡਣ ਤੋਂ ਪਹਿਲਾਂ ਜਦੋਂ ਮੈਂ ਇੱਥੇ ਛੁੱਟੀ ਆਇਆ ਸਾਂ 14 ਦੇ ਵਿੱਚ ਹੀ, ਜਨਵਰੀ ਦੇ ਵਿੱਚ ਮੈਂ ਵਾਪਸ ਗਿਆ। ਜਾਣ ਤੋਂ ਪਹਿਲਾਂ ਮੇਰਾ ਪਾਸਪੋਰਟ ਲੁਧਿਆਣੇ ਲਿਜਾ ਕਰਕੇ ਟਿਕਟ ਵਧਾ ਕੇ ਆ ਗਏ। ਮੈਂ ਕਿਹਾ ਪਿਤਾ ਜੀ ਅੱਗੇ ਤਾਂ ਕਦੇ ਤੁਸੀਂ ਇਦਾਂ ਕੀਤਾ ਨਹੀਂ, ਹਮੇਸ਼ਾ ਮੈਨੂੰ 5 ਜਨਵਰੀ ਨੂੰ ਵਾਪਸ ਦਿੱਲੀ 에ਅਰਪੋਰਟ ਇੰਟਰਨੈਸ਼ਨਲ 에ਅਰਪੋਰਟ ਤੁਸੀਂ ਛੋੜ ਕੇ ਆਉਂਦੇ ਹੋ। ਕਹਿੰਦੇ ਮੇਰਾ ਮਨ ਨਹੀਂ ਕਰਦਾ ਕਿ ਇਸ ਵਾਰ ਮੈਂ ਤੁਹਾਨੂੰ ਭੇਜਾਂ, ਬਹੁਤ ਸਮਾਂ ਹੋ ਗਿਆ ਯਾਰ, ਛੱਡ ਪਰੇ, ਹੁਣ ਨਹੀਂ ਜਾਣਾ, ਇੱਥੇ ਰਹਿ ਤੂੰ ਸਾਡੇ ਕੋਲੇ। ਇਹ ਜਨਵਰੀ 3-4 ਦੀ ਗੱਲ ਹੈ, 2014 ਦੀ। ਚਲੋ ਲੈ ਗਏ, ਥੋੜੇ ਜਿਹੇ ਪੈਸੇ ਲੱਗੇ, 15 ਕੁ ਦਿਨ ਦੀ ਟਿਕਟ ਵਧੀ ਮੇਰੀ। ਮੈਂ ਕਿਹਾ ਦੇਖੋ ਮੇਰੀ ਦੇਸ਼ ਵਿੱਚ ਰਹਿਣ ਵਾਸਤੇ ਤੁਸੀਂ ਇੰਨਾ ਪੈਸਾ ਖਰਚ ਕੇ ਆ ਗਏ ਹੋ, ਤੁਸੀਂ ਛੱਡੋ ਪਰੇ, ਮੈਨੂੰ ਚਲੇ ਹੀ ਜਾਣ ਦੇਣਾ ਸੀ, ਮੈਂ ਜਾ ਕੇ ਪੈਸੇ ਭੇਜਦਾ ਤੁਹਾਨੂੰ। ਕਹਿੰਦੇ ਮੇਰਾ ਮਨ ਹੀ ਨਹੀਂ ਕਰਦਾ ਕਿ ਤੁਸੀਂ ਜਾਓ। ਪਰ ਸਾਧ ਸੰਗਤ ਜੀ, ਜੇ ਮੈਂ ਇੱਥੇ ਹੁੰਦਾ ਮੈਂ ਉਹਨਾਂ ਦੀ ਜਗ੍ਹਾ ਤੇ ਆਪ ਡਿਊਟੀ ਕਰ ਲਿਆ ਕਰਦਾ। ਜੋ ਘਰ ਦੇ ਜੰਜਾਲ ਸਨ ਮੈਂ ਆਪ ਦੇ ਸਿਰ ਤੇ ਲੈਂਦਾ, ਜਿਵੇਂ ਹੁਣ ਅਸੀਂ ਘਰ ਦੀਆਂ ਸਾਰੀ ਜ਼ਿੰਮੇਵਾਰੀਆਂ ਕਰਦੇ ਹਾਂ। ਮਨ ਤਾਂ ਉਹਨਾਂ ਦਾ ਕਰਦਾ ਨਹੀਂ ਸੀ, ਪਰ ਉਹਨਾਂ ਨੇ ਮੈਨੂੰ 16 ਜਨਵਰੀ ਨੂੰ ਇੱਥੋਂ ਭੇਜ ਦਿੱਤਾ। ਇੰਟਰਨੈਸ਼ਨਲ ਇੰਦਰਾ ਗਾਂਧੀ 에ਅਰਪੋਰਟ ਮੈਂ ਗਿਆ, ਜਾ ਕੇ ਜਹਾਜ਼ੇ ਚੜਿਆ, ਮਲੇਸ਼ੀਆ ਉਤਰ ਗਿਆ। ਮੇਰਾ ਵੀ ਮਨ ਨਾ ਲੱਗਿਆ ਉੱਥੇ। ਜਦੋਂ ਜੂਨ ਦਾ ਮਹੀਨਾ ਆਇਆ, ਮੇਰਾ ਮਨ ਕਰੇ ਕਿ ਮੈਂ ਛੁੱਟੀ ਲੈ ਕੇ ਵਾਪਸ ਪਿਤਾ ਜੀ ਪਾਸ ਜਾਵਾਂ। ਪਹਿਲਾਂ ਤਾਂ ਥੋੜੀ ਥੋੜੀ ਗੱਲ 9 ਸਾਲ ਦੇਖੋ ਲੰਘ ਗਏ, 5 ਮਿੰਟ 7 ਮਿੰਟ 10 ਮਿੰਟ ਗੱਲ ਹੋਣੀ ਫੋਨ ਤੇ। ਜੂਨ ਦੇ ਵਿੱਚ ਉਹਨਾਂ ਨੇ ਮੇਰੇ ਨਾਲ 1-1 ਘੰਟਾ ਫੋਨ ਤੇ ਗੱਲ ਕਰਨੀ। ਮੈਂ ਕਹਿਣਾ ਪਿਤਾ ਜੀ ਅੱਗੇ ਤਾਂ ਤੁਸੀਂ ਮੇਰੇ ਨਾਲ ਇੰਨੀਆਂ ਗੱਲਾਂ ਕਰਦੇ ਨਹੀਂ ਸੀ, ਬਸ ਸਿੱਖਿਆ ਦੇ ਕੇ ਤੁਸੀਂ ਬਸ ਕਰ ਲੈ, ਆਪਣੀ ਮਾਤਾ ਨਾਲ ਗੱਲ ਕਰ ਲੈ, ਹੋਰ ਘਰੇ ਗੱਲ ਤੂੰ।
ਆਪ ਜੀ ਨਹੀਂ ਸੀ ਕਰਦੇ। ਕਹਿੰਦੇ ਪਤਾ ਨਹੀਂ ਕਿਉਂ ਮੇਰਾ ਮਨ ਰੱਜਦਾ ਹੀ ਨਹੀਂ, ਤੇਰੇ ਨਾਲ ਗੱਲਾਂ ਕਰ ਕਰਕੇ ਹੋਰ ਗੱਲਾਂ ਕਰਨ ਨੂੰ ਜੀ ਕਰਦਾ। ਇੱਥੋਂ ਫੋਨ ਲੈ ਕੇ ਉਹ ਪਰਲੇ ਪਾਸੇ ਚਲੇ ਜਾਣਾ ਜਾਂ ਖੇਤ ਵਿੱਚ ਜਾ ਕੇ ਗੱਲਾਂ ਕਰਦੇ ਰਹਿਣਾ। ਚਿੱਤ ਮੇਰਾ ਵੀ ਉਦਾਸ ਕੀ, ਇਤਨੀਆਂ ਗੱਲਾਂ ਕਰਦੇ, ਕਿਤੇ ਸਹਿਜ ਸੁਭਾਈ ਕਹਿਣਾ ਗੱਲਾਂ ਹੀ ਤਾਂ ਨਹੀਂ ਮੁਕਾ ਰਹੇ ਮੇਰੇ ਨਾਲ। ਉਹ ਮਾੜਾ ਕਰਮ ਕਹਿ ਲਓ, ਮਾੜਾ ਦਿਨ ਕਹਿ ਲਓ, ਵਿਛੋੜੇ ਦਾ ਦਿਨ ਕਹਿ ਲਓ। ਸਾਧ ਸੰਗਤ ਜੀ ਜਦੋਂ 7ਵੇਂ ਮਹੀਨੇ ਦੀ 6 ਤਰੀਕ ਨੂੰ ਉਹਨਾਂ ਦਾ ਐਕਸੀਡੈਂਟ ਹੋ ਗਿਆ, ਬੜਾ ਖਤਰਨਾਕ। ਮੈਨੂੰ ਫੋਨ ਕੀਤਾ ਕਿ ਉਹ ਐਡਮਿਟ ਹੋਏ ਹਨ। ਮੈਨੂੰ ਥੋੜਾ ਜਿਹਾ ਦੱਸਿਆ, ਸਾਰਾ ਨਹੀਂ ਦੱਸਿਆ। ਇੱਧਰ ਹਰਮਨ ਦੇ ਮਾਮਾ ਜੀ ਉਹਨਾਂ ਨੇ ਇੱਧਰ ਉੱਧਰ ਸਭ ਨੇ ਦੱਸਿਆ। ਅਸੀਂ ਬੜੀ ਅਰਦਾਸ ਬੇਨਤੀ ਪਰਮੇਸ਼ਰ ਦੇ ਚਰਨਾਂ 'ਚ ਕੀਤੀ। ਜਦੋਂ ਸਾਧ ਸੰਗਤ ਹੁਕਮਨਾਮਾ ਸਾਹਿਬ ਲਿਆ, ਹੁਕਮਨਾਮੇ ਦੇ ਵਿੱਚ ਕੀ ਆਇਆ? ਮਨ ਵਚਿਆ ਪਾਣਾ ਸਤ ਗੁਰਾਂ ਦਾ, ਮਨ ਵਚਿਆ ਪਾਣਾ ਸਤ ਗੁਰਾਂ ਦਾ, ਮਨ ਵਚਿਆ ਤੂੰ ਤਾਂ ਮਨ ਵਚਿਆ ਪਾਣਾ ਸੱਚੇ ਸਤਿਗੁਰਾਂ ਦਾ, ਮਨ ਵਚਿਆ ਪਾਣਾ ਸੱਚੇ ਸਤਿਗੁਰਾਂ ਦਾ। ਇਸ ਤਰ੍ਹਾਂ ਦਾ ਹੁਕਮਨਾਮਾ ਆਇਆ। ਅਸੀਂ ਸਤਿਗੁਰਾਂ ਨੂੰ ਸੁਖਾਸਨ ਕਰਕੇ, ਸਾਡੇ ਨਾਲ ਉੱਥੇ ਸੇਵਾਦਾਰ ਸਨ, ਭਾਈ ਦਰਸ਼ਨ ਸਿੰਘ ਸੀ, ਇੱਕ ਗੁਰਭੇਜ ਸਿੰਘ ਸੀ। ਬਾਤੋ ਪਾਹਤ ਗੁਰਦੁਆਰਾ ਸਾਹਿਬ ਦੇ ਵਿੱਚ ਜੋਖਰਵਾਰੂ ਏਰੀਆ, ਸਿੰਗਾਪੁਰ ਦਾ ਬਾਰਡਰ। ਜਦੋਂ ਹੁਕਮਨਾਮਾ ਸਾਹਿਬ ਲੈ ਕੇ ਅਰਥ ਕੀਤੇ ਤਾਂ ਸਮਝ ਪਈ, ਪ੍ਰੀਤਮ ਜਾਨ ਲੈ ਕੋ ਮਨ ਮਾਗੀ। ਐ ਗੁਰਮੁਖ ਪਿਆਰਿਓ, ਇਹ ਸੰਸਾਰ ਦੇ ਉੱਤੇ ਜਿਤਨਾ ਸਮਾਂ ਪਰਮੇਸ਼ਰ ਨੇ ਬਖਸ਼ਿਆ ਉਤਨਾ ਹੀ ਇਕੱਠਾ ਰਹਿ ਸਕਦੇਗਾ। ਜਦੋਂ ਹੁਕਮ ਆ ਗਿਆ ਤਾਂ ਇਸ ਸੰਸਾਰ ਤੋਂ ਜਾਣਾ ਪੈਂਦਾ ਹੈ। ਅੱਖਾਂ 'ਚ ਜਲ ਆਇਆ ਦੇਖ ਕੇ ਸੇਵਾਦਾਰ ਕਹਿਣ ਲੱਗੇ, ਕੀ ਗੱਲ ਹੋ ਗਈ, ਤੁਸੀਂ ਉਦਾਸ ਹੀ ਹੋ ਗਏ? ਸਾਧ ਸੰਗਤ ਜੀ ਫੇਰ ਉੱਥੇ ਕੀ ਕਿਹਾ ਜਾ ਸਕਦਾ ਸੀ? ਕੇਵਲ ਮਨ ਦੇ ਅੰਦਰ ਇਹ ਵਿਛੋੜੇ ਦਾ ਦਰਦ। ਕਿਹੜਾ ਦਰਦ ਸਾਧ ਸੰਗਤ ਜੀ? ਰੋਵੇਂਗੀ ਜਿੰਦੇ ਨੀ ਜਦੋਂ ਪੈਣਗੇ ਵਿਛੋੜੇ, ਰੋਵੇਂ ਜਿੰਦੇ ਜਦੋਂ ਪੈਣਗੇ ਵਿਛੋੜੇ। ਜਦੋਂ ਪੈਣਗੇ ਵਿਛੋੜੇ, ਰੋਵੇਂਗੀ ਜਿੰਦੇ ਨੀ ਜਦੋਂ ਪੈਣਗੇ, ਰੋਵੇਂਗੀ ਜਿੰਦੇ ਜਦੋਂ ਪੈਣਗੇ ਵਿਛੋੜੇ।
ਮਨ ਸਮਝਾਇਆ ਜਾ ਸਕਦਾ ਸੀ। ਜਦੋਂ ਪਰਮੇਸ਼ਰ ਦਾ ਭਾਣਾ ਵਰਤਦਾ ਫਿਰ ਸਾਡਾ ਜ਼ੋਰ ਨਹੀਂ ਨਾ ਚੱਲਦਾ ਹੁੰਦਾ ਕੋਈ। ਅਸੀਂ ਉਹ ਤੋਂ ਤਿਆਰੀ ਕਰਦੇ ਰਹੇ। ਇੱਥੇ ਗਰਮੀ ਸੀ ਬਹੁਤ ਜ਼ਿਆਦਾ। 2-3 ਦਿਨ ਵਾਸਤੇ ਹਿੰਦ ਹਸਪੀਟਲ ਦੇ ਵਿੱਚ ਪਿਤਾ ਜੀਆਂ ਦਾ ਸਰੀਰ ਰੱਖਿਆ ਗਿਆ। ਸਾਧ ਸੰਗਤ ਅਸੀਂ ਉੱਥੋਂ ਆਉਣ ਦੇ ਵਿੱਚ ਬੜੇ ਲੇਟ ਸਾਂ। ਸਾਡੇ ਆਉਣ ਤੋਂ 1 ਦਿਨ ਪਹਿਲਾਂ ਉਹਨਾਂ ਦਾ ਦਾਹ ਸੰਸਕਾਰ ਕਰ ਦਿੱਤਾ ਗਿਆ ਸੀ ਔਰ ਅਸੀਂ 11 ਤਰੀਕ ਨੂੰ ਆਏ ਸਾਂ। ਆ ਕਰਕੇ ਉਹਨਾਂ ਦੀ ਫੁੱਲਾਂ ਦੀ ਅੰਤਮ ਕਿਰਿਆ ਜੋ ਸੀ ਕੀਤੀ ਗਈ। ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ। ਮੱਧ ਅਤੇ ਭੋਗ ਸਮਾਪਤੀ ਹੋਈ। ਸਾਧ ਸੰਗਤ ਜੀ 6 ਸਾਲ ਹੋ ਗਏ। ਆ 6 ਸਾਲ ਕਿਸੇ ਨਾਲ ਗੱਲ ਕਰੀ, ਅਗਲਾ ਕਹਿੰਦਾ 6 ਹੋ ਵੀ ਗਏ। ਪੁੱਛਿਆ ਜਾਵੇ ਮੇਰੇ ਬਾਲਕ ਨੂੰ, ਮੇਰੇ ਨਾਲੋਂ ਵੱਧ ਲਾਡ ਤਾਂ ਹਰਮਨ ਲੈ ਗਿਆ। ਉਹਨਾਂ ਦੀ ਬੁੱਕਲ ਵਿੱਚ ਹੀ ਰਹਿਣਾ, ਖੇਤ ਨੂੰ ਜਾਣਾ ਤਾਂ ਨਾਲ, ਰਿਸ਼ਤੇਦਾਰੀ 'ਚ ਜਾਣਾ ਤਾਂ ਨਾਲ। ਸਾਧ ਸੰਗਤ ਉਸ ਦਿਨ ਛੱਡ ਕੇ ਹੀ ਆਏ ਸਨ ਇਹਨਾਂ ਨੂੰ ਕੁਹਾੜੇ ਨਗਰ ਦੇ ਵਿੱਚ। ਬਸ ਉਦੋਂ ਹੀ ਪਤਾ ਲੱਗਿਆ ਜਦੋਂ ਆ ਕੇ ਕੇਵਲ ਆ ਬੇਨਤੀ ਸੀ, ਹੁਣ ਤਾਂ ਹੋਣਗੇ ਸਬੱਬਾਂ ਨਾਲ ਮੇਲੇ, ਨਦੀਆਂ ਦੇ ਨੀਰ ਵਿਛੜੇ। ਹੋਣਗੇ ਸਬੱਬਾਂ ਨਾਲ ਮੇਲੇ ਬਈ, ਨਦੀਆਂ ਦੇ ਨੀਰ ਵਿਛੜੇ। ਪ੍ਰੀਤਮਾ ਨਦੀਆਂ ਦੇ ਨੀਰ ਵਿਛੜੇ। ਪ੍ਰੀਤਮਾ ਨਦੀਆਂ ਦੇ ਨੀਰ ਵਿਛੜੇ। ਨਦੀਆਂ ਦੇ ਜੀ ਨੀਰ ਵਿਛੜੇ। ਨਦੀਆਂ ਦੇ ਜੀ ਨੀਰ ਵਿਛੜੇ। ਹੋਣਗੇ ਸਬੱਬਾਂ ਨਾਲ ਮੇਲੇ, ਹੁਣ ਤਾਂ ਹੋਣਗੇ ਸਬੱਬਾਂ ਨਾਲ ਮੇਲੇ। ਕਰਕੇ ਸਾਧ ਸੰਗਤ ਜੀ ਵਿਛੋੜਾ ਤਾਂ ਪੈਣਾ ਹੀ ਹੁੰਦਾ ਹੈ। ਜਿਉਂਦੇ ਜੀ ਅਸੀਂ ਆਪਣੇ ਮਾਤਾ ਪਿਤਾ ਦਾ ਦਿਲੋਂ ਸਤਿਕਾਰ ਕਰੀਏ, प्रेम करिए। कुछ आहू में कट गई, कुछ गुनाहों में कट गई, कुछ रोसे में कट गए, कुछ सोते में कट गई।
मंजिल पर पहुंचने वाले मंजिल पर जा पहुंचे, राह बदलने वालों की राहों में कट गई। थोड़ा जिहा साडा जीवन है, संसारी रिश्ते नाते अजकल बड़े कमजोर हुंदे जा रहे ने। जिथे किते तुसी माता पिता हो, अपने बच्चों का प्रेम सत्कार करो, गुरु नाल जोड़ो। जिथे तुसी पति पत्नी हो, अपना रिश्ता बरकरार रखो। जिथे तुसी धीआं पुत्र हो, उत्थे माता पिता का सत्कार करो। ये जो संसारी रिश्ते नाते हन, पता नहीं ना रिश्तिਆਂ ਵਿੱਚ कौन ਤੁਹਾਡਾ ਕਿਹੜੇ संबंध करके आप ਦਾ ਬਣਿਆ है, ਕਿਹੜਾ ਪਰਾਇਆ ਬਣਿਆ है। ਕਿਸੇ ਨੂੰ ਤੁਸੀਂ ਦੁਸ਼ਮਣ ਸਮਝੀ ਜਾ ਰਹੇ ਹੋ, ਕਿਸੇ ਨੂੰ ਮਿੱਤਰ ਸਮਝੀ ਜਾ ਰਹੇ ਹੋ। ਛੋਟਾ ਜਿਹਾ ਜੀਵਨ ਹੈ ਭਾਈ, ਹੱਸ ਖੇਡ ਕੇ ਆਨੰਦ ਨਾਲ ਗੁਜ਼ਾਰੋ। ਵਾਹਿਗੁਰੂ ਜੀ ਦੀ ਯਾਦ ਵਿੱਚ ਗੁਜ਼ਾਰੋ। ਮਿੱਠਾ ਬੋਲਣ ਦੇ ਨਾਲ ਤੁਸੀਂ ਕਿਸੇ ਦਾ ਦੁੱਖ ਕੱਟ ਸਕਦੇ ਹੋ। ਗਾਲੀ ਗਲੋਚ ਕੱਢਣ ਨਾਲ ਕਿਸੇ ਦੇ ਕੰਮ ਵਿਗਾੜ ਕੇ ਤੁਸੀਂ ਦੂਸਰਿਆਂ ਦੀਆਂ ਦੁਰਾਂ ਸੀਸਾਂ ਦੇ ਪਾਤਰ ਬਣਦੇ ਹੋ। ਇਸ ਕਰਕੇ ਨਫ਼ਰਤ ਛੱਡੋ, ਈਰਖਾ ਛੱਡੋ। ਛੋਟਾ ਜਿਹਾ ਜੀਵਨ ਹੈ, ਗੁਰੂ ਗੁਰੂ ਕਰਦੇ ਗੁਜ਼ਾਰੋ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਾਰੀਆਂ ਸੰਗਤਾਂ ਦਾ ਧੰਨਵਾਦ ਹੈ। ਚਾਹੇ ਮੌਸਮ ਵੀ ਖਰਾਬ ਹੈ, ਰਾਤ ਤੋਂ ਹੀ ਲੈ ਕੇ ਬਹੁਤ ਸਾਰੀ ਵਰਖਾ ਹੋ ਰਹੀ, ਹਨੇਰੀ ਝੱਖੜ, लाइट भी नहीं। और दूसरा कोरोना का प्रकोप, किते 40-50 जाणिਆਂ तो ज़्यादा इकट्ठे ना होवो। असीं सवेर तो ही 6:30 बजे तो ही संगत नूं मिल रहे हा। संगतां मिल मिल के वापस जा रही हन, और कुछ संगतां इत्थे जो पहुंचियां हन, उन्हां दा धन्नवाद, बहुत बहुत धन्नवाद। साध संगत जी, ਜਿਹੜੀਆਂ ਸੰਗਤਾਂ ਨੇ ਮੌਸਮ ਦੀ ਪਰਵਾਹ ਨਾ ਕਰਦੇ ਹੋਏ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ, ਸਾਡੇ ਪਿਤਾ ਜੀਆਂ ਦੀ 6ਵੀਂ ਬਰਸੀ ਦੇ ਸੰਬੰਧ ਵਿੱਚ ਤੁਸੀਂ ਇੱਥੇ ਸੰਤ ਆਸ਼ਰਮ ਸਾਹਿਬ ਸਾਡੇ ਤਪ ਸਥਾਨ ਤੇ ਤੁਸੀਂ ਪਹੁੰਚੇ ਹੋ, ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਸੰਤ ਮਹਾਰਾਜ ਔਰ ਮਾਤਾ ਸਾਹਿਬ ਕੌਰ ਆਪ ਸਭਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ अपनी सारियां दी हाजरी दर ते प्रवान करन। साध संगत जी आनंद शब्द दी बाणी पढ़ के उपरंत अरदास बेनती हुक्मनामा होवेगा। 4 सहज पाठां दे भोग पाए गए हन। जिन्हां जिन्हां संगतां ने भी इन्हां पाठां दे विच सेवा लई है, गुरु के लंगरां दे विच सूबेदार सरदार करनैल सिंह जी धनोवाले, उन्हां वल्लों भी पाठ दी सेवा दे विच भी, और साध संगत जी गुरु के लंगरां च बहुत सारा योगदान पाया गया है। सरदार अमरीक सिंह जी, जिन्हां दा बेटा दलवीर सिंह इटली दे विच है, उन्हां वल्लों भी बहुत सारा योगदान पाया गया है। निरभै सिंह जी, साध संगत जी बब्बनपुर नगर तो इधर धूरी संगरूर एरिया, बहुत धन्नवाद है। होर भी जितनियां संगतां, सिरथले नगर तो संगतां वालों सहयोग, भरथला नगर उन्हां वालों भी अज दे पाठां दे भोग दे विच सुखमनी साहिब दे पाठ दे विच उन्हां दा योगदान, गुरु के लंगरां दे विच बहुत सारी सेवा कीती गई है। दुगरी नगर तो भी सवेरे संगत हाजरी लगवा के गई है। साध संगत सारियां संगतां दा, जिन्हां ने भी तिल फुल भेटावां इन्हां समागमां दे विच अपनी हाज़री लगवाई, और ਜਿਹੜੀਆਂ ਸੰਗਤਾਂ साध संगत जी दसवंध ਦੇ रूप ਵਿੱਚ ਜਿਨ੍ਹਾਂ ਨੇ ਫਸਲਾਂ ਸਾਂਭੀਆਂ ਸੀ, ਕਣਕ ਦੀ ਸੇਵਾ ਸੰਗਤਾਂ ਨੇ ਕੀਤੀ, ਧੰਨਵਾਦ ਹੈ। ਅੱਗੇ ਤੋਂ ਵੀ ਸੰਗਤਾਂ ਨੂੰ ਬੇਨਤੀ ਹੈ, ਗੁਰੂ ਕਾ ਲੰਗਰ ਆਪਾਂ ਹੀ ਤਿਆਰ ਕਰਨਾ, ਆਪਾਂ ਹੀ ਛਕਣਾ ਹੈ। ਦਾਨ ਦਸਵੰਧ ਦੇਣਾ ਅਤਿਅੰਤ ਜ਼ਰੂਰੀ ਹੈ। ਦਸਵੰਧ ਭੇਟ ਕਰਨਾ ਚਾਹੀਦਾ ਹੈ। गुरु चरणों दे विच तन मन धन नाल सेवा करनी चाहिदी है। ਜਿਹੜੀਆਂ संगतां ने अजे तक भी अपना दान दसवंध नहीं पहुँचता कीता, पहुँचाउण दी किरपालता करियो। हुण 22 तरीक नूं समागम है। साध संगत इसी 22 तरीक नूं भी है। इसी तरह सवेरे सुखमनी साहिब दा पाठ होएगा 7 ਤੋਂ 8 ਵਜੇ तक। 8 ਵਜੇ ਤੋਂ 9 ਵਜੇ तक दीवान सजणगे। 22 तरीक ਨੂੰ ਸਾਧ ਸੰਗਤ, ਆਉਣ ਵਾਲੀ 22 ਤਰੀਕ ਨੂੰ ਜੁਲਾਈ ਦੇ ਵਿੱਚ ਹੀ ਸਮਾਗਮ, ਹਰਮਨਜੋਤ ਸਿੰਘ ਦਾ ਜਨਮ ਦਿਨ ਹੈ, ਔਰ ਉਸ ਦਿਨ ਆਪਾਂ ਨੇ ਦਰਬਾਰ ਸਾਹਿਬ ਦਾ ਉਦਘਾਟਨ ਕੀਤਾ ਸੀ। ਦਰਬਾਰ ਸਾਹਿਬ ਦਾ
ਦੂਸਰਾ ਉਦਘਾਟਨ ਦਿਵਸ ਆਪਾਂ ਨੇ ਮਨਾਉਣਾ 22 ਤਰੀਕ ਨੂੰ। ਸਭ ਸੰਗਤਾਂ ਨੂੰ ਬੇਨਤੀ ਕਿ 22 ਨੂੰ ਵੀ ਪਹੁੰਚਣ ਦੀ ਕਿਰਪਾਲਤਾ ਕਰਿਓ, ਆਸ਼ੀਰਵਾਦ ਦਿਓ। ਉਸ ਦਿਨ ਆਪਣੇ ਇਸ ਦਰਬਾਰ ਸਾਹਿਬ ਬਣੇ ਨੂੰ 2 ਸਾਲ ਹੋ ਜਾਣਗੇ ਜੀ। ਸਭ ਸੰਗਤਾਂ ਦਾ ਧੰਨਵਾਦ ਹੈ। ਇਵੇਂ ਕਿਵੇਂ ਵੱਧ ਤੋਂ ਵੱਧ ਗੁਰਬਾਣੀ ਪੜ੍ਹਿਆ ਕਰੋ, ਨਾਮ ਜਪਿਆ ਕਰੋ, ਸੇਵਾ ਸਿਮਰਨ ਕਰਿਆ ਕਰੋ, ਗੁਰੂ ਗੁਰੂ ਜਪਿਆ ਕਰੋ। ਸਭ ਸੰਗਤਾਂ ਦਾ ਧੰਨਵਾਦ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਰਤਨ, ਜਿਨ੍ਹਾਂ ਨੇ ਕਰਤਾਰਪੁਰ ਤੋਂ ਆ ਕਰਕੇ ਹਾਜ਼ਰੀ ਭਰੀ। ਜਦੋਂ ਵੀ ਅਸੀਂ ਬੇਨਤੀ ਕਰਦੇ ਹਾਂ ਸਾਡੀ ਬੇਨਤੀ ਪ੍ਰਵਾਨ ਕਰਦੇ ਹਨ। ਮਹਾਰਾਣੀ ਜਿੰਦ ਕੌਰ ਦਾ ਇਤਿਹਾਸ, ਲੋਈ ਕੰਡੇ ਖੜੇ ਕਰ ਦੇਣ ਵਾਲਾ ਇਤਿਹਾਸ ਸੁਣਾਇਆ, ਧੰਨਵਾਦ ਹੈ। ਜਥੇਦਾਰ ਰਣਜੀਤ ਸਿੰਘ ਜੀ ਰੋੜੀਆਂ ਵਾਲੇ ਪਹੁੰਚੇ, ਉਹਨਾਂ ਦਾ ਧੰਨਵਾਦ। ਸਾਰੀਆਂ ਸੰਗਤਾਂ ਜਿਨ੍ਹਾਂ ਨੇ, ਸਾਧ ਸੰਗਤ ਜੀ ਗੁਲਸ਼ਨ ਕੁਮਾਰ ਦੁਬਰਜੀ ਤੋਂ, ਜਿਨ੍ਹਾਂ ਨੇ ਗੁਰੂ ਕੇ ਲੰਗਰਾਂ ਵਿੱਚ ਅਥਾਹ ਵੱਡੀ ਸੇਵਾ ਕੀਤੀ ਹੈ, ਅੰਤਾਂ ਦੀ ਸ਼ਰਧਾ, ਅੰਤਾਂ ਦਾ ਪ੍ਰੇਮ ਰੱਖਦੇ ਹਨ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਬਿਨਾਂ ਨਾਂਗਾ ਕਈ ਸੰਗਤਾਂ ਦੀ ਤਾਂ ਸੇਵਾ ਹੈ ਨਾ ਵੀ ਇੰਨੇ ਕੁ ਹਫ਼ਤੇ ਨਮਸਕਾਰ ਕਰ ਜਿਓ, ਉਹਨਾਂ ਨੂੰ ਤਾਂ 7 8 9 ਮਹੀਨੇ ਹੋ ਗਏ ਬਿਨਾਂ ਨਾਂਗਾ ਦਰਸ਼ਨ ਦੀਦਾਰ ਗੁਰੂ ਸਾਹਿਬ ਦੇ, ਮਾਤਾ ਜੀਆਂ ਦੇ, ਸੰਤ ਮਹਾਰਾਜ ਦੇ ਕਰਦੇ ਨੇ। ਸੱਚੇ ਪਾਤਸ਼ਾਹ ਸਭੇ ਮਨੋਕਾਮਨਾ ਪੂਰੀਆਂ ਕਰਨ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਆਇਆ ਕਰੋ, ਆਸ਼ੀਰਵਾਦ ਦੇ ਕੇ ਜਾਇਆ ਕਰੋ। ਐਤਵਾਰ ਨੂੰ ਵੀ ਮਿਲਦੇ ਖਾਂ, ਬੁੱਧਵਾਰ ਨੂੰ ਵੀ ਮਿਲਦੇ ਖਾਂ। ਜਦੋਂ ਸਮਾਂ ਬਣੇ ਆਸ਼ੀਰਵਾਦ ਦਿਆ ਕਰੋ। ਆ ਧਾਰਨਾ ਪੜ੍ਹੀਏ, ਉਪਰੰਤ ਸਾਧ ਸੰਗਤ ਆਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਅਰਦਾਸ ਬੇਨਤੀ ਹੁਕਮਨਾਮਾ ਹੋਵੇਗਾ। ਕੜਾ ਪ੍ਰਸ਼ਾਦ ਦੀ ਦੇਗ ਵਰਤੇਗੀ। ਗੁਰੂ ਕੇ ਲੰਗਰ ਹਾਜ਼ਰ ਹਨ, ਤਿਆਰ ਹਨ। ਸਭ ਸੰਗਤਾਂ ਨੇ ਗੁਰੂ ਕੇ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਹੁੰਦੇ ਰਹਿਣ ਸੰਗਤਾਂ ਦੇ ਮੇਲੇ ਵਈ, ਏਗੀ ਮੰਗ ਮੰਗਾ ਸ਼ਹਿਨਸ਼ਾਹ। ਹੁੰਦੇ ਰਹਿਣ ਸੰਗਤਾਂ ਦੇ ਮੇਲੇ ਵਈ, ਏਗੀ ਮੰਗ ਮੰਗਾ ਸ਼ਹਿਨਸ਼ਾਹ। ਰਹਿਣ ਸਾਧੂਆਂ ਦੇ ਮੇਲੇ, ਹੁੰਦੇ ਰਹਿਣ ਸਾਧੂਆਂ ਦੇ ਮੇਲੇ। ਹੁੰਦੇ ਰਹਿਣ ਸਾਧੂਆਂ ਦੇ, ਏਗੀ ਮੰਗ ਮੰਗਾ ਸ਼ਹਿਨਸ਼ਾਹ। ਰਹਿਣ ਸੰਗਤਾਂ ਦੇ ਮੇਲੇ ਵਈ, ਏਗੀ ਮੰਗ ਮੰਗਾ ਸ਼ਹਿਨਸ਼ਾਹ। ਰਾਮ ਕਲੀ ਮਹਲਾ ਤੀਜਾ, ਆਨੰਦ ਏਕ ਓੰਕਾਰ। ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ। ਸਾਗਰ ਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ।
ਕਹਿ ਕਹਿ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤ ਸ਼ਬਦ ਧਰੋ ਪਿਆਰੋ ਸਾਚਾ। ਸਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਸ਼ਬਦ ਵਾਜੇ ਕਲਾ ਜਿਤ ਘਰ ਧਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਆਨੰਦ ਸਨੋ ਬੜ ਭਾਗੀਓ ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ। ਨਾਮ ਤੇ ਆਇਆ ਗਏ ਮਸਕਤ ਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ, ਵਾਹਿਗੁਰੂ ਜੀ ਕਾ ਖਾਲਸਾ। ਤੂੰ ਠਾਕੁਰ ਤੁਮ ਪਹਿ ਅਰਦਾਸ, ਤੇਰੀ ਰਾਤ ਮਾਤ ਪਿਤਾ अर्जुन का
ਖਾਲਸਾ ਜੀ ਕੇ ਬੋਲਵਾਲੇ ਬੋਲੋ ਜੀ ਵਾਹਿਗੁਰੂ ਕਾ ਮਤੀ ਨਾ ਮਤੀ ਰਬ ਤੱਕ ਰਾਤੇ ਆਪ ਅਵਤਾਰ ਸੁਭਾਨ ਇਹ ਆਪਣੇ ਪੰਥ ਦੇ ਸੁਦਾ ਸਕਾਈ ਦਰਬਾਰ ਦੀ ਸ਼ੁਰੂ ਕਾਰਨ ਪਾਕੇ ਪੰਜਾ ਸਾਹਿਬ ਦੇ ਦੋ ਗੁਰਦੁਆਰੇ ਪ੍ਰਧਾਨ ਜੀ ਦਾ ਤੋਂ ਪਰਮ ਸੁਣਿਆ ਗਿਆ ਬੁੱਲੇ ਦਰਸ਼ਨ ਵਿਕਾਰ ਸੇਵਾ ਸੁਭਾਅ ਦਾ ਖਾਲਸਾ ਜੀ ਦੀ ਇਹ ਨਿਵਾਣੇ ਨਿਮਾਣ ਦੇ ਸਾਡੇ ਦੇ ਕਾਰ ਦੀ ਨਿਯਮ ਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਵਤਾਰ ਧੰਨ ਸ਼੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਸਤਿਗੁਰੂ ਮਾਤਾ ਸਾਹਿਬ ਪਾਵਨ ਪਵਿੱਤਰ ਜਗਤਵਲਾ ਨਿਮਰਤਾ ਸਹਿਤ ਅਰਦਾਸ ਬੇਨਤੀ ਹੋਈ ਹੈ ਆਪ ਦੀਆਂ ਦੇ ਪਰਮਕਾਰ ਕਿਰਪਾ ਰਹਿਮਤ ਤੇ ਬਖਸ਼ਿਸ਼ ਦਾ ਸਦਕਾ ਆਪ ਦੀਆਂ ਦੇ ਸੱਚਖੰਡ ਸਥਾਨ ਸ਼੍ਰੀ ਸੰਤ ਆਸ਼ਰਮ ਸਾਹਿਬ ਵਿਖੇ ਘਰ ਕੀ ਬਾਣੀ ਆਈ ਤੇ ਸੰਗੀਤ ਤੇ ਕਟਾਈ ਤੇ ਚਾਰ ਸਹਿਤ ਪਾਠਾਂ ਦੇ ਰੂਪ ਪਾਏ ਗਏ ਹਨ ਇਹ ਪਾਠ ਮਹਾਰਾਜ ਜੀ ਆਪ ਜੀ ਦੀ ਸਥਾਪਨਾ ਕੀਤੀਆਂ ਹੋਈਆਂ ਸਾਰੀਆਂ ਸੰਗਤਾਂ ਦੇ ਭਲੇ ਵਾਸਤੇ ਦੁੱਖਾਂ ਕਲੇਸ਼ਾਂ ਮਨੀਸ਼ਾਂ ਪਾਪਾਂ ਦੇ ਵਿਨਾਸ਼ ਵਾਸਤੇ ਔਰ ਆਸਰੇ ਪਿਤਾ ਜੀ ਸਰਦਾਰ ਸ਼ਮਸ਼ੇਰ ਸਿੰਘ ਜੀ ਵਰਤਮਾਨ ਉਹਨਾਂ ਦੀ 6ਵੇਂ ਬਰਸੇ ਨੂੰ ਸਮਰਪਿਤ ਕੀਤੇ ਗਏ ਹਨ ਸੋਮਨੀ ਸਾਹਿਬ ਦਾ ਪਾਠ ਸੂਬੇਦਾਰ ਸਰਦਾਰ ਕਰਨੈਲ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਚਾਵਾ ਬੀਜਾ ਔਰ ਭਾਈ ਮੁੱਲਾ ਸਿੰਘ ਹਰਵੀਰ ਸਿੰਘ ਜਗੀਰ ਸਿੰਘ ਮਹਾਰਾਜ ਜੀ ਉਹਨਾਂ ਦੇ ਪਰਿਵਾਰ ਵੱਲੋਂ ਔਰ ਕਰਨਪ੍ਰੀਤ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲੋਂ ਨਿਰਪਾਲ ਸਿੰਘ ਉਹਨਾਂ ਦੀ ਜ਼ਿੰਦਗੀ ਵਿੱਚ ਜੋ ਮੁਕਾਬਲਾ ਆਈਆਂ ਹਨ ਉਹਨਾਂ ਮੁਕਾਬਲਾ ਮੁਕਤ ਦੇ ਵਾਸਤੇ ਇਹ ਪਾਠ ਹੋਏ ਹਨ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨੀ ਰਹਿਮਤ ਕਰਨੀ ਬਖਸ਼ਿਸ਼ ਕਰਨੀ ਸੰਗਤਾਂ ਨੂੰ ਆਪਣੇ ਸ਼ਕਤੀ ਬੇਅੰਤ ਲਾਇਆ ਅਰਦਾਸ ਕਰਵਾਈ ਗਈ ਹੈ ਕਿ ਜਾਣੇ ਪ੍ਰਭੂ ਕਾਲ ਤੱਕ ਦੂਰ ਕਰਨੇ ਸ਼ਕਤੀ ਅੰਗੀਕਾਰ ਕਰਨੇ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਸ਼ਬਦ ਭੋਜਨਾ ਸੰਗਤ ਵਿੱਚ ਕਰਵਾਉਣ ਲਈ ਆਗਿਆ ਬਖਸ਼ੋ ਆਈਆਂ ਸੰਗਤਾਂ ਦੀ ਹਾਜ਼ਰੀ ਨੂੰ ਵੀ ਢਾਲਾ ਕਰਦੇ ਪ੍ਰਵਾਨ ਕਰਨੀਆਂ ਚੱਲਿਆ ਕਦਮ ਕਰਨ ਦੀ ਕਿਹੜੇ ਵਿੱਚ ਲਾਉਣਾ ਸਾਧੂ ਸੁਖੀ ਪਾਤਸ਼ਾਹ ਸੁਖਦਰ ਕਮੈਰ ਸਿੰਘ ਜੀ ਹਰੋਂ ਭਾਈ ਅਮਰੀਕ ਸਿੰਘ ਜੀ ਚਾਰਾ ਬੀਜਾ ਦਲਵੀਰ ਸਿੰਘ ਜੀ ਪਿੰਡਾ ਸਿੰਘ ਉਹਨਾਂ ਦਾ ਬੀਜਾ ਜੀ ਦਾ ਗੌਰਵ ਹੈ ਪੀਆਰ ਵਾਸਤੇ ਦਾਸ ਜੀ ਬੀਜਾ ਸਿੰਘ ਭਾਰਤੀ ਤੋਂ ਦਲਵੀਰ ਸਿੰਘ ਦਲਵੀਰ ਸਿੰਘ ਤਾਰਕਪੁਰੀ ਸਿੰਘ ਉਹਨਾਂ ਦੇ ਪ੍ਰੋਗਰਾਮਾਂ ਨੂੰ ਪੂਰੇ ਹੋਣ ਵਾਸਤੇ ਉਹ ਸੇਵਕ ਸਿੰਘ ਇੰਦੌਰ ਤੋਂ ਦਾਸ ਜੀ ਦੀ ਕਰਨੇ ਪਰ ਮਹਾਰਾਜ ਜੀ ਸਭੇ ਮਨੋਕਾਮਨਾ ਨੂੰ ਪੂਰੀਆਂ ਕਰਨੀਆਂ ਕੋਮਲਪ੍ਰੀਤ ਕੌਰ ਕੈਨੇਡਾ ਦਿੱਲੀ ਤੋਂ ਉਹਨਾਂ ਦੇ ਮਾਤਾ ਪਿਤਾ ਨੇ ਅਰਦਾਸ ਬੇਨਤੀ ਕਰਵਾਈ ਹੈ ਨਿਰਪਾਲ ਸਿੰਘ ਨਗਰਪੁਰ ਸਤਿਗੁਰੂ ਦੀ ਕਾਮਨਾ ਨੂੰ ਦੀ ਕਿਰਪਾਲਤਾ ਕਰਨੀ ਅਰੁੰਦਰ ਸਿੰਘ ਹਰਜੀਤ ਕੌਰ ਗੁਰਸਿਮਰਨ ਸਿੰਘ ਖੇੜਾ ਜਿਨ੍ਹਾਂ ਵੱਲੋਂ ਸਾਰੀ ਅਰਦਾਸ ਬੇਨਤੀ ਆਪਣੇ ਪ੍ਰਵਾਨ ਕਰੇ ਕਰੋ ਕਿਰਪਾ ਆਪ ਜੀ ਸੁੰਦਰ ਵਿਦਾਲ ਸਕਾਈ ਦੇ ਹੁਕਮ ਸਹੀ ਬਖਸ਼ੇ ਸੰਗਤਾਂ ਨੂੰ ਕਿਰਪਾਲ ਕਰੋ ਸੰਗਤਾਂ ਦੇ ਮਨੋਕਾਮਨਾ ਪੂਰੀਆਂ ਕਰਨੀਆਂ ਅਸਥਾਨ ਦੇ ਨਾਲ ਜੁੜੀਆਂ ਸੰਗਤਾਂ ਦੀ ਮਨੋਕਾਮਨਾ ਪੂਰੀਆਂ ਕਰਨੀਆਂ ਚੱਲਿਆ ਕਦਮ ਕਰ ਕਦਮ ਇੱਕ ਦੇ ਵਿੱਚ ਆਉਣਾ ਨਾਮ ਸਿਮਰਨ ਭਜਨ ਵਰਤੀ ਨਾਮ ਕਰਨ ਸਾਧੂ ਦਾ ਸੰਗ ਪ੍ਰਦਾਨ ਕਰਕੇ ਕਰਮ ਕਰਨਾ ਮਾਤਾ ਜੀ ਮਾਤਾ ਤੇਰੀ ਕੌਰ ਦੇ ਉਦੇਸ਼ ਤੋਂ ਤੰਦਰੁਸਤੀ ਪ੍ਰਦਾਨ ਕਰਨੀ ਬੱਚੇ ਦੇ ਬੱਚੇ ਦੀ ਪੜ੍ਹਾਈਆਂ ਤੇ ਮੇਰ ਪ੍ਰਿਆਸ ਲੈ ਕੇ ਕੰਮ ਕਰਨੀਆਂ ਪ੍ਰਦਾਨ ਕਰਨੀਆਂ ਕਰੋ ਕਿਰਪਾ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਸੁਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਕਰੀ ਜਾਤ ਮੇਰੇ ਬਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਗਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਚੱਕ ਕੇ ਪਿੱਛੇ ਧਰ ਦੋ ਆਇਆ ਤਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਗਲ ਦਵਾਰ ਕੋ ਸਾਡ ਕੈ ਗਹਿਓ ਤੁਆਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਹਮ ਪੇਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ। ਉਹ ਦਇਆਲ ਨਾਮ ਦਿਓ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ। ਹਮ ਭੇਖਤ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ। ਉਹ ਦਇਆਲ ਨਾਮ ਦੇਹੁ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ। ਹਾਂ ਬਲਿਹਾਰੈ ਜਾਓ ਸਾਚੇ ਤੇਰੇ ਨਾਮ ਬਿਟਹੁ। ਕਰਨ ਕਾਰਨ ਸਭਨਾ ਕਾਇ ਕੋ ਅਵਰ ਨ ਦੂਜਾ ਕੋਈ ਰਹਾਉ। ਬਹੁਤ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ। ਉਹ ਦਇਆਲ ਦਰਸ਼ਨ ਦੇਹੁ ਆਪਣਾ ਐਸੇ ਵਕਤ ਕਰੀਜੈ। ਅਨੰਤ ਨਾਨਕ ਧਰਮ ਪਟ ਕੂੜੇ ਗੁਰ ਪ੍ਰਸਾਦੀ ਜਾਣਿਆ। ਸਾਚੀ ਲਿਵ ਲਾਗੀ ਹੈ ਪਿਤਰ ਸਤਿਗੁਰ ਸਿਉ ਮਨ ਮਾਨਿਆ। ਭਨਤ ਨਾਨਕ ਭਰਮ ਪਟ ਖੁਲੇ ਗੁਰ ਪ੍ਰਸਾਦੀ ਜਾਣਿਆ। ਸਾਚੀ ਲਿਵ ਲਾਗੀ ਹੈ ਪਿਤਰ ਸਤਿਗੁਰ ਸਿਉ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਪੀ ਸਚ ਨਾਨਕ ਹੋਸੀ ਭੀ ਸਚ। ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ। ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾਂ ਲਿਵਤਾਰ। ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸੈ ਸਿਆਣਪਾ ਲਖ ਹੋਏ ਤਾ ਇਕ ਨ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਹਿ ਜਾਈ। ਹੁਕਮੀ ਅਵੰਜੀ ਹੁਕਮ ਲੈ ਵਡਿਆਈ। ਹੁਕਮੀ ਉਤਮ ਨੀਚ ਹੁਕਮ ਲਿਖੋ ਦੁਖ ਸੁਖ ਪਾਈਐ। ਇਕ ਨ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ। ਨਾਨਕ ਹੁਕਮੇ ਜੇ ਬੁਝੈ ਤਾਹੁ ਮੈਂ ਕਹੇ ਨ ਕੋਏ। ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਗਾਵੇ ਕੋ ਦਾ ਜਾਣੀ ਨਿਸ਼ਾਨ।
ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਬਿਖਮ ਵਿਚਾਰ। ਗਾਵੇ ਕੋ ਸਾਜ ਕਰੇ ਤਨ ਕੇ, ਗਾਵੇ ਕੋ ਜੀਲ ਫਰਦੇ। ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰ ਹਦੂਰ। ਕਥਨਾ ਕਥੀ ਨ ਆਵੈ ਟੋਟ, ਕਥ ਕਥ ਕਥੀ ਕੋਟਿ ਕੋਟ ਕੋਟ। ਜਿੰਦਾ ਦੇ ਲੈਂਦੇ ਥਕ ਪਾਏ, ਜੁਗਾ ਜੁਗੰਤਰ ਖਾਹੀ ਖਾਏ। ਹੁਕਮੀ ਹੁਕਮ ਚਲਾਹੇ ਦਾਹੋ, ਨਾਨਕ ਵਿਖਸੈ ਬੇਪਰਵਾਹ। ਸਾਚਾ ਸਾਹਿਬ ਸਚ ਨਾਏ, ਭਾਖਿਆ ਪਉ ਪਾਰ। ਆਖੇ ਮੰਗਿਆ ਦੇਹ ਦੇਹ, ਦਾਤ ਕਰੇ ਦਾਤਾਰ। ਫਿਰ ਕੈ ਕੀਆ ਰੱਖੀਐ ਜਿਦ ਸਦਰਵਾਰ। ਮੋਹ ਕੋ ਬੋਲਣ ਬੋਲੀਐ, ਜੋ ਸੁਣ ਤਰੇ ਪਿਆਰ। ਅੰਮ੍ਰਿਤ ਵੇਲਾ ਸਤਿਨਾਮ, ਵਡਿਆਈ ਵਿਚਾਰ। ਕਰਮੀ ਆਵਾ ਕਪੜਾ, ਨਦਰੀ ਮੁਖ ਦੁਆਰ। ਨਾਨਕ ਵਾ ਜਾਣੀਐ ਸਭ ਆਪੇ ਸਤਿਆਰ। ਤਾਪਿਆ ਨ ਜਾਏ, ਕੀਤਾ ਨ ਹੋਏ, ਆਪੇ ਆਪ ਮਨੋਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵਿਆ ਗੁਣੀ ਨਿਦਾਨ। ਗਾਵਿਆ ਸੁਣੀਏ ਮਨ ਰਖਿਆ ਭਾਉ, ਦੁਖ ਪਰ ਹਰ ਸੁਖ ਪਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ। ਸੁਖ ਬਰਮਾ ਗੁਰ ਪਾਰਬਤੀ ਮਾਈ। ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥ ਨ ਜਾਈ। ਗੁਰਾ ਇਕ ਦੇ ਬਜਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨ ਜਾਈ। ਗੁਰਾ ਇਕ ਦੇ ਬਜਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸੰਗਤਾਂ ਨੂੰ ਪਰਿਪੰਤ ਪਤਾ ਹੀ ਹੈ। ਸਾਰਿਆਂ ਨੂੰ ਆਪ ਸਭ ਸੰਗਤਾਂ ਨੂੰ ਪਰਿਪੰਤ ਪਤਾ ਹੀ ਹੈ ਕਿ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਦੀ ਸਾਡੀ ਸਤਿਕਾਰਯੋਗ ਵਾਹਿਗੁਰੂ ਆਪ ਸਭ ਸੰਗਤਾਂ ਨੂੰ ਪਰਿਪੰਤ ਪਤਾ ਹੀ ਹੈ ਕਿ ਸ੍ਰੀ ਸੰਤ ਬਾਬਾ ਭਗਤ ਸਿੰਘ ਜੀ ਮਹਾਰਾਜ ਜੀ ਨੇ ਉਪਰਾਲਾ ਕੀਤਾ ਹੈ। ਸਾਡੇ ਅਤੀ ਸਤਿਕਾਰਯੋਗ ਪਿਤਾ ਜੀ ਫੌਜੀ ਸ਼ਮਸ਼ੇਰ ਸਿੰਘ ਜੀਆਂ ਦੀ 6ਵੀਂ ਸਾਲਾਨਾ ਵਰਸੀ ਨੂੰ ਮੁੱਖ ਰੱਖਦਿਆਂ ਹੋਇਆਂ